प्यारे वीरो, जय भीम, जय भारत, नमो बुद्धा। 3000 ਸਾਲ ਦੀ ਗੁਲਾਮੀ ਤੋਂ ਬਾਅਦ, 3000 ਸਾਲ ਦੇ ਘੋਰ ਅਪਮਾਨ ਤੋਂ ਬਾਅਦ, 3000 ਸਾਲ ਤੋਂ ਜਲੀਲ ਹੋਣ ਤੋਂ ਬਾਅਦ, 3000 ਸਾਲ ਤੋਂ ਬਾਅਦ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਹੱਥ ਧੋ ਲੈਣ ਤੋਂ ਬਾਅਦ, ਮਾਣ ਸਨਮਾਨ ਇੱਜ਼ਤ ਘਰ ਘਾਟ ਕੱਪੜਾ ਲੀੜਾ ਸਭ ਕੁਝ ਗਵਾ ਲੈਣ ਤੋਂ ਬਾਅਦ, ਅਕਲ ਮਤ ਗਵਾ ਲੈਣ ਤੋਂ ਬਾਅਦ ਵੀ ਸਾਨੂੰ ਗੁੱਸਾ ਕਿਉਂ ਨਹੀਂ ਆਇਆ? ਬਹੁਤ ਸਾਰੇ ਵੀਰ ਸਾਡੇ ਇਸ ਤੇ ਚਰਚਾ ਕਰ ਰਹੇ ਆ ਔਰ ਉਹਨਾਂ ਦਾ ਸਭ ਤੋਂ ਜ਼ਿਆਦਾ ਧਿਆਨ ਇਸ ਗੱਲ ਵੱਲ ਜਾਂਦਾ ਹੈ ਕਿ ਅਸਲ ਵਿੱਚ ਲੋਕਾਂ ਨੂੰ ਜਾਂ ਸਾਡੇ ਸਮਾਜ ਨੂੰ ਗੱਲ ਦੱਸੀ ਨਹੀਂ ਗਈ। ਇਹ ਸਹੀ ਹੈ, ਬਿਲਕੁਲ ਇਹੀ ਸਹੀ ਹੈ। ਭਗਵਾਨ ਬੁੱਧ ਨੇ ਦੱਸੀ ਤਾਂ ਉਹਨਾਂ ਨੇ ਕ੍ਰਾਂਤੀ ਕੀਤੀ। ਸਤਿਗੁਰੂ ਨਾਮਦੇਵ, ਕਬੀਰ, ਰਵਿਦਾਸ, ਗੁਰੂ ਨਾਨਕ ਨੇ ਦੱਸੀ ਤਾਂ ਉਹਨਾਂ ਨੇ ਕ੍ਰਾਂਤੀ ਕੀਤੀ। ਜੋਤੀਰਾਓ ਫੂਲੇ, ਸ਼ਾਹੂ ਮਹਾਰਾਜ, ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਦੱਸੀ ਤਾਂ ਉਹਨਾਂ ਨੇ ਕ੍ਰਾਂਤੀ ਕੀਤੀ। ज्योतिराव फुले, सावित्रीबाई फुले, शाहू महाराज, पेरियार रामास्वामी और बाबा साहब डॉक्टर अंबेडकर दी क्रांति चो संविधान निकलिया और संविधान दे विचों असीं निकले। मेरे वर्गे पिद्दी बंदे पंजाब दी यूनिवर्सिटियां च विद्या हासिल कर सके। मेरे वर्गे बेकार बंदे कुर्सियां ते बैठ सके, तरक्कियां पा सके। सदियां तो लाचार, मजबूर, निहत्थे, निकम्मे, नताने, नमाणे, बेअर्थ लोग भारत दीआं वड्डियां तो वड्डियां कुर्सियां ते बैठे, राजनीतिक नेता बने, मंत्री बने, मुख मंत्री बने, सब कुछ होया, साडियां अखां दे सामने होया। और मैं तुहानूं पहलां भी दस्सिया सी कि पिछले 26 जनवरी 1950 तो बाद 60 साल के इतिहास च लगभग SC ST ते OBC, दलित, पछड़े शूद्र लोग, अति शूद्र लोग 1.25 करोड़ नौकरी ते लगे। और ये कहानी 80 तक पहुंच जाती है जदों तक भारत दे विच जिन्ने भी नौकरी ते लगे लोग, जिन्ने भी नेता बने, उन्हां चों कोई विरला छड्ड के किसी भी मनुख नूं, किसी नूं भी पूरे भारत च अपनी औकात अते अपने इतिहास का कोई पता नहीं सी। मैं उस वेले 72-74 च पंजाब दे सब तो वध पढ़िया लिखिया चो एक सी और नौकरी लगन तो बाद भी मैं एक बेअकल आदमी सी। कौडी दी अकल नहीं सी मैनूं। पढ़ लेना, डिग्रियां ले लेना, नौकरी लग जाना, कपड़े पा लेने, घर बना लेना, जिंदगी दी सुख सहूलतां पैदा कर लेना, पेट भर लेना, रज के खा लेना। इहदा अकल नाल रिश्ता नहीं है, इहदा सिर्फ शरीर नाल रिश्ता है, अकल नाल कोई रिश्ता नहीं है। इसे करके मैं कहंदा हां कि मैनूं कौडी दी अकल नहीं सी। और एक समा है जदों अचानक मेरे जीवन च तब्दीली आई। बाम सेवरां दा संगठन जिहड़ा काशीराम जी ने बनाया, खापड़े जी ने बनाया, दीना भाना ने बनाया, जदों पंजाब च पहुंचा तद मेरे तक भी गल पहुंची, क्योंकि मैं चंडीगढ़ छड्ड के वापस पिंडां वल आ गया सी। और मैनूं समझण ते काफी समा लग्या, ज्यादा नहीं लग्या पर समा लग्या। जदों ही मेरी समझ पई, मैं बाम सेव नूं समझिया
ਔਰ ਉਸ ਤੋਂ ਬਾਅਦ ਭਗਵਾਨ ਬੁੱਧ ਦੀ ਕ੍ਰਾਂਤੀ ਨੂੰ ਔਰ ਸਿੱਖ ਕ੍ਰਾਂਤੀ ਨੂੰ ਸਮਝਿਆ, ਜੋਤੀਰਾਓ ਫੁੱਲੇ ਦੀ ਕ੍ਰਾਂਤੀ ਨੂੰ ਸਮਝਿਆ ਵਿਦਿਆ ਦੀ, ਕਿ ਵਿਦਿਆ ਬਿਨਾਂ ਮਤੀ ਗਈ, ਅਕਲ ਮਰ ਗਈ, ਕੁਮੱਤੇ ਹੋ ਗਏ, ਕੁਬੁੱਧੇ ਹੋ ਗਏ, ਮਤਹੀਣ ਹੋ ਗਏ, ਖਾਨਿਓ ਅਕਲ ਚਲੀ ਗਈ, ਛਣਕਣੇ ਰਹਿ ਗਏ, ਛਣਕਣੇ ਰੋੜਾਂ ਨਾਲ ਵੱਜਣ ਵਾਲੇ ਛਣਕਣੇ ਰਹਿ ਗਏ। ਔਰ ਵਾਮਸੇਵ ਆਈ, ਵਾਮਸੇਵ ਤੋਂ ਮੈਨੂੰ ਪੂਰਾ ਭਾਰਤ ਨਹੀਂ ਪੂਰੀ ਦੁਨੀਆ ਦੀ ਸਮਝ ਲੱਗੀ। ਮੈਂ ਬਤੌਰ ਕਮਿਊਨਿਸਟ ਵੀ ਕੰਮ ਕੀਤਾ ਕਾਫੀ ਵਰੇ, 15 ਵਰੇ ਦੇ ਕਰੀਬ, ਪਰ ਮੈਂ ਦੁਨੀਆ ਨੂੰ ਨਹੀਂ ਜਾਣ ਸਕਿਆ, ਭਾਰਤ ਨੂੰ ਨਹੀਂ ਜਾਣ ਸਕਿਆ, ਆਪਣੇ ਆਪ ਨੂੰ ਨਹੀਂ ਜਾਣ ਸਕਿਆ, ਆਪਣੇ ਲੋਕਾਂ ਨੂੰ ਨਹੀਂ ਜਾਣ ਸਕਿਆ, ਬ੍ਰਾਹਮਣ ਨੂੰ ਨਹੀਂ ਜਾਣ ਸਕਿਆ, ਕੁਝ ਵੀ ਨਹੀਂ ਜਾਣ ਸਕਿਆ। ਤਾਂ ਜਿਉਂ ਹੀ ਵਾਮਸੇਵ ਮੇਰੇ ਸਾਹਮਣੇ ਆਈ, ਵਾਮਸੇਵ ਦੇ ਮਾਧਿਅਮ ਤੋਂ ਮੈਂ ਗੱਲ ਸਮਝਣੀ ਸ਼ੁਰੂ ਕੀਤੀ, ਤਾਂ ਮੈਨੂੰ ਪੂਰੀ ਦੁਨੀਆ ਮੇਰੇ ਸਾਹਮਣੇ ਖੜੀ ਨਜ਼ਰ ਆਈ। ਪੂਰਾ ਭਾਰਤ ਮੇਰੇ ਸਾਹਮਣੇ ਖੜਾ ਸੀ, ਭਾਰਤ ਦੇ ਸਾਰੇ ਲੋਕ ਮੇਰੇ ਸਾਹਮਣੇ ਖੜੇ ਸੀ, ਭਾਰਤ ਦਾ ਪੂਰਾ ਇਤਿਹਾਸ ਮੇਰੇ ਸਾਹਮਣੇ ਖੜਾ ਸੀ, ਔਰ ਮੇਰੀ ਔਕਾਤ ਮੇਰੇ ਸਾਹਮਣੇ ਖੜੀ ਸੀ। ਔਰ ਮੈਂ ਆਪਣੇ ਲੋਕਾਂ ਨੂੰ ਆਪਣੀ ਤੀਜੀ ਅੱਖ ਨਾਲ ਵੇਖ ਰਿਹਾ ਸੀ, ਕਿਉਂਕਿ ਮੈਂ ਤੀਜੀ ਅੱਖ ਖੋਲ ਚੁੱਕਾ ਸਾਂ। ਮੇਰੀ ਵਾਮਸੇਵ ਨੇ ਤੀਜੀ ਅੱਖ ਖੋਲ ਦਿੱਤੀ ਸੀ। ਇਸੇ ਕਰਕੇ ਮੈਂ ਵਾਮਸੇਵ ਨੂੰ ਸਭ ਤੋਂ ਪਹਿਲਾ ਆਦਮੀ ਹੈ ਜਿਹਨੇ ਯੂਨੀਵਰਸਿਟੀ ਦਾ ਨਾਂ ਦਿੱਤਾ। ਔਰ ਮੈਂ ਕਹਿੰਦਾ ਹਾਂ ਕਿ ਵਾਮਸੇਵ ਨਾਲੰਦਾ ਯੂਨੀਵਰਸਿਟੀ ਹੈ, ਤਕਸ਼ਲਾ ਯੂਨੀਵਰਸਿਟੀ ਹੈ। ਭਾਰਤ ਦੇ ਵਿੱਚ ਮੈਂ ਪਹਿਲਾ ਆਦਮੀ ਹਾਂ ਜਿਸ ਨੇ ਵਾਮਸੇਵ ਨੂੰ ਯੂਨੀਵਰਸਿਟੀ ਦਾ ਨਾਂ ਦਿੱਤਾ, ਮਹਾ ਵਿਸ਼ਵ ਵਿਦਿਆਲੇ ਦਾ ਨਾਂ ਦਿੱਤਾ। ਔਰ ਮਿੱਤਰੋ, ਉਸ ਵੇਲੇ ਤੱਕ ਅਸੀਂ 80-75 ਲੱਖ ਆਦਮੀ ਨੌਕਰੀ 'ਚ ਸੀ। ਉਸ ਵੇਲੇ ਜਿਹਦੀਆਂ ਮੰਗਲ ਨਾ ਕਰਦਾ, ਅਰਬਾਂ ਰੁਪਏ ਤਨਖਾਹ ਸੀ ਸਾਡੀ, ਅਰਬਾਂ ਰੁਪਏ। ਤੇ ਵਾਮਸੇਵ ਨੇ ਜਦੋਂ ਤਿਆਰੀ ਕੀਤੀ, ਪੂਰੇ ਭਾਰਤ ਦੇ ਵਿੱਚ ਸੰਘਰਸ਼ ਕੀਤਾ, ਪਰ ਮੈਂ ਰਾਤ ਦਿਨ ਨਹੀਂ ਵੇਖਿਆ, ਨਾ ਦਿਨ ਵੇਖਿਆ ਨਾ ਰਾਤ ਵੇਖੀ। ਮੈਂ ਚੱਲ ਸੋ ਚੱਲ, ਚੱਲ ਸੋ ਚੱਲ, ਚੱਲ ਸੋ ਚੱਲ। ਮੈਂ ਜੈਪੁਰ ਦੀਆਂ ਚੂਰੂ ਸੀਕਰ ਦੀਆਂ, ਹਿਮਾਚਲ ਦੀਆਂ, ਯੂਪੀ ਦੀਆਂ, ਦਿੱਲੀ ਦੀਆਂ ਹੱਦਾਂ ਤੱਕ ਘੁੰਮਿਆ। ਮੈਂ ਇਕੱਲਾ ਨਹੀਂ ਸੀ, ਹਜ਼ਾਰਾਂ ਵਾਮਸੇਵ ਦੇ ਵਰਕਰ ਘੁੰਮੇ। ਕਾਸ਼ੀ ਰਾਮ ਜੀ ਨੂੰ ਆਪਣਾ ਨੇਤਾ ਮੰਨ ਕੇ ਸੀ, ਹਜ਼ਾਰਾਂ ਲੋਕ ਘੁੰਮੇ। ਬੇਸ਼ੱਕ ਵਾਮਸੇਵ 85 ਟੁੱਟ ਗਈ, ਇਹਦੇ ਬਾਵਜੂਦ ਵੀ ਵਾਮਸੇਵ ਨੇ ਆਪਣਾ ਕੰਮ ਬੰਦ ਕਦੇ ਨਹੀਂ ਕੀਤਾ। ਮੈਂ ਕਾਸ਼ੀ ਰਾਮ ਜੀ ਦੀ ਵਾਮਸੇਵ ਸੰਭਾਲੀ, ਔਰ ਜਿਹੜੇ 85 ਚ ਬਾਕੀ ਲੋਕ ਟੁੱਟ ਗਏ, ਸਾਡੇ ਆਪਣੇ ਭਰਾ, ਉਹਨਾਂ ਨੇ ਵਾਮਸੇਵ ਨੂੰ ਨਹੀਂ ਛੱਡਿਆ। ਜਾਣੀ ਅਸੀਂ ਦੋ ਧਿਰਾਂ ਪੂਰੇ ਦੇਸ਼ ਚ ਵਾਮਸੇਵ ਨੂੰ ਔਰ ਬਾਬਾ ਸਾਹਿਬ ਅੰਬੇਡਕਰ ਦੇ, ਭਗਵਾਨ ਬੁੱਧ ਦੇ ਔਰ ਸਿੱਖ ਕ੍ਰਾਂਤੀ ਦੇ ਜਾਂ ਮਹਾਂਪੁਰਖਾਂ ਦੇ ਜਿਹੜੇ ਸੁਪਨੇ ਸੀ, ਉਹਨਾਂ ਨੂੰ ਲੋਕਾਂ ਸਾਹਮਣੇ ਰੱਖਦੇ ਤੁਰੇ ਗਏ, ਚਲਦੇ ਗਏ। ਨਾ ਰਾਤ ਦੇਖੀ, ਨਾ ਦਿਨ ਦੇਖਿਆ, ਨਾ ਗਰਮੀ ਦੇਖੀ, ਨਾ ਸਰਦੀ ਵੇਖੀ, ਨਾ ਧੁੱਪ ਦੇਖੀ, ਨਾ ਛਾਂ ਵੇਖੀ, ਨਾ ਭੁੱਖ ਦੇਖੀ, ਨਾ ਤੇਹ ਦੇਖੀ। ਮੈਨੂੰ ਯਾਦ ਹੈ ਕਿ ਸਾਨੂੰ ਪਾਣੀ ਨਹੀਂ ਸੀ ਪੁੱਛਦਾ ਕੋਈ, ਪਾਣੀ। ਫਿਰ ਇੱਕ ਦਿਨ ਐਸਾ ਆਇਆ ਜਦੋਂ ਲੋਕ ਬਦਾਮ ਦੀਆਂ ਥਾਲੀਆਂ ਭਰ ਕੇ ਸਾਡੇ ਸਾਹਮਣੇ ਖੜੇ ਹੋਇਆ ਕਰਦੀ, ਸੈਂਕੜੇ ਬੰਦਿਆਂ ਦੇ ਸਾਹਮਣੇ ਬਦਾਮਾਂ ਦੀਆਂ ਥਾਲੀਆਂ ਭਰ ਕੇ ਖੜੇ ਹੋਇਆ ਕਰਦੇ ਸੀ। ਪਰ ਮਿੱਤਰੋ, ਮੈਂ ਦੁੱਖ ਨਾਲ ਇਹ ਗੱਲ ਕਹਿੰਦਾ ਹਾਂ ਕਿ ਅਸੀਂ ਹਜ਼ਾਰਾਂ ਆਦਮੀ ਪੂਰੇ ਭਾਰਤ ਦੇ ਵਿੱਚ ਲੱਗੇ ਰਹੇ, ਔਰ ਜਿਹੜੇ 70-80 ਲੱਖ ਮੁਲਾਜ਼ਮ ਉਸ ਵੇਲੇ ਸੀ, ਉਹਨਾਂ ਨੇ ਸਾਡੇ ਵੱਲ ਮੂੰਹ ਕਰਕੇ ਨਹੀਂ ਦੇਖਿਆ। ਅਸੀਂ ਵੱਧ ਤੋਂ ਵੱਧ 10,000 ਆਦਮੀ ਹੋਵਾਂਗੇ ਜਿਹੜੇ ਅਨਪੜ੍ਹ ਤੇ ਪੜ੍ਹੇ ਲਿਖੇ ਲੋਕ ਸੀ, ਕਰਮਚਾਰੀ ਲੋਕ ਸੀ। 10,000 ਆਦਮੀ ਪੂਰੇ ਦੇਸ਼ 'ਚ ਸਰਗਰਮੀ ਕਰਦੇ ਰਹੇ, ਔਰ 70-80 ਲੱਖ ਆਦਮੀ ਸਾਨੂੰ ਬੇਵਕੂਫ ਸਮਝਦਾ ਰਿਹਾ, ਸਾਨੂੰ ਮੂਰਖ ਸਮਝਦਾ ਰਿਹਾ। ਸਾਨੂੰ ਵੇਖ ਕੇ ਦਫ਼ਤਰ ਚੋਂ ਮੂੰਹ ਪਾਸੇ ਵੱਟ ਜਾਇਆ ਕਰਦੇ ਸੀ ਲੋਕ। ਅਸੀਂ ਘਰੇ ਜਾਣਾ ਤਾਂ ਉਹਨਾਂ ਨੂੰ ਤਕਲੀਫ ਹੁੰਦੀ ਸੀ, ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਤਾਂ ਬਹੁਤ ਤਕਲੀਫ ਹੁੰਦੀ ਸੀ। ਕਿਸੇ ਉੱਚੇ ਅਹੁਦੇ ਵਾਲੇ ਕੋਲੇ, ਅਫਸਰ ਕੋਲੇ ਜਾਂਦੇ, ਕਿਸੇ ਪੁਲਿਸ ਅਫਸਰ ਕੋਲੇ ਜਾਂਦੇ, ਕਿਸੇ IAS ਕੋਲੇ ਜਾਂਦੇ,
ਕਿਸੇ ਐਕਸ਼ਨ ਐਸੀ ਕੋਲ ਜਾਂਦੇ ਤਾਂ ਮੇਰਾ ਖਿਆਲ ਉਹਦਾ ਪਾਰਾ 7ਵੇਂ ਅਸਮਾਨ ਚੜ ਜਾਂਦਾ ਸੀ ਕਿ ਇਹ ਦਲਿਤ ਲੋਕ, ਇਹਨਾਂ ਦੀ ਹਿੰਮਤ ਕਿਵੇਂ ਪੈ ਗਈ ਸਾਡੇ ਕੋਲ ਆਉਣ ਦੀ। ਤਾਂ ਮੈਂ ਤੁਹਾਨੂੰ ਇਸ ਕਲਿੱਪ 'ਚ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਡੀ ਗੁਲਾਮੀ ਦਾ ਕਾਰਨ ਇਸ ਦੇਸ਼ ਦੇ 99% ਜਾਂ ਕਹਿ ਲਓ ਜਾਂ 95% ਕਹਿ ਲਓ, ਇਸ ਦੇਸ਼ ਦੇ ਉਹ ਮੁਲਾਜ਼ਮ ਹੈ ਜਿਨ੍ਹਾਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ, ਜੋਤੀਰਾਓ ਫੂਲੇ ਦੀ ਬਦੌਲਤ, ਸ਼ਾਹੂ ਮਹਾਰਾਜ ਦੇ ਪੈਰੀਆ ਰਾਮਾ ਸਵਾਮੀ ਵਰਗੇ ਮਹਾਂਪੁਰਖਾਂ ਦੀ ਬਦੌਲਤ ਸੰਵਿਧਾਨ ਮਿਲਿਆ। ਔਰ ਸੰਵਿਧਾਨ ਨੇ ਜਿਨ੍ਹਾਂ ਨੂੰ ਕੁਰਸੀਆਂ ਤੇ ਬਹਾਇਆ ਔਰ ਦਿੱਲੀ ਤੱਕ ਦੀਆਂ ਕੁਰਸੀਆਂ ਤੇ ਉਹਨਾਂ ਨੇ ਬੈਠਣ ਦੀ ਹਿੰਮਤ ਕੀਤੀ, ਉਹਨਾਂ ਲੋਕਾਂ ਨੇ ਆਪਣੇ ਸਮਾਜ ਨਾਲ, ਆਪਣੇ ਲੋਕਾਂ ਨਾਲ ਵਫਾ ਨਹੀਂ ਕੀਤੀ। ਮੈਂ ਮਾੜੇ ਸ਼ਬਦ ਨਹੀਂ ਕਹਿਣਾ ਚਾਹੁੰਦਾ। ਉਹਨਾਂ ਨੇ ਆਪਣੇ ਲੋਕਾਂ ਨਾਲ ਵਫਾ ਨਹੀਂ ਕੀਤੀ, ਉਹਨਾਂ ਨੇ ਸੰਵਿਧਾਨ ਨਾਲ ਵਫਾ ਨਹੀਂ ਕੀਤੀ, ਉਹਨਾਂ ਨੇ ਆਪਣੇ ਲੋਕਾਂ ਦੀ ਦੁਰਦਸ਼ਾ ਵੱਲ ਅੱਖਾਂ ਪੁੱਟ ਕੇ ਨਹੀਂ ਵੇਖਿਆ, ਕਿਉਂਕਿ ਉਹ ਬਹੁਤ ਉੱਪਰ ਚਲੇ ਗਏ ਸੀ, ਜਿੱਥੇ ਉਹਨਾਂ ਨੇ ਜ਼ਮੀਨ ਤੋਂ ਆਪਣੇ ਪੈਰ ਚੁੱਕ ਲਏ। ਔਰ ਉਹ ਲੋਕ ਅੱਜ ਵੀ ਲਗਭਗ 90% ਲੋਕ ਆ ਜਿਹੜੇ ਉਹ ਸਮਾਜ ਦੇ ਨਾਲ ਨਹੀਂ ਖੜੇ। ਇਸੇ ਕਰਕੇ ਪੂਰੇ ਦੇਸ਼ 'ਚ ਉਹਨਾਂ ਦੀ ਸੰਵਿਧਾਨਕ ਹਿੱਸੇਦਾਰੀ ਨੂੰ ਅਦਾਲਤਾਂ, ਵਿਧਾਨ ਸਭਾਵਾਂ, ਸੰਸਦ ਵਿੱਚ ਕੱਟਿਆ ਜਾ ਰਿਹਾ, ਲਗਾਤਾਰ ਕੱਟਿਆ ਜਾ ਰਿਹਾ। ਔਰ ਕਿਸੇ ਦੀ ਹਿੰਮਤ ਨਹੀਂ ਹੈ ਕਿ ਉੱਠ ਕੇ ਸੜਕਾਂ ਤੇ ਆ ਜਾਏ। ਇਹ 100 ਕਰੋੜ ਲੋਕ ਅਗਰ ਇੱਕੋ ਵਾਰੀ 'ਚ 1 ਕਰੋੜ ਵੀ ਬਾਹਰ ਆ ਜਾਣ ਸੜਕਾਂ ਤੇ ਤਾਂ ਇਸ ਦੇਸ਼ ਦੇ ਹਾਕਮਾਂ ਦੀ ਨੀਂਦ ਹਰਾਮ ਹੋ ਜਾਏਗੀ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਆਪਣੀ ਗੁਲਾਮੀ ਦੇ ਖੁਦ ਜ਼ਿੰਮੇਵਾਰ ਹਾਂ। ਅਸੀਂ 3000 ਸਾਲ ਜੂਤ ਖਾ ਕੇ ਵੀ ਬੰਦੇ ਨਹੀਂ ਬਣੇ, ਔਰ ਬੰਦੇ ਬਣਨ ਦੀ ਸੰਭਾਵਨਾ ਵੀ ਅਜੇ ਕੋਈ ਨਹੀਂ ਹੈ। ਮਿੱਤਰੋ, ਮੈਂ ਇੰਨਾ ਹੀ ਕਲਿੱਪ ਕਹਿਣਾ ਹੈ, ਇੰਨਾ ਹੀ ਗੱਲ ਕਹਿਣੀ ਹੈ। ਇਸ ਕਲਿੱਪ ਦੇ ਵਿੱਚ ਮੈਂ ਬਾਅਦ 'ਚ ਕਿਤੇ ਮੌਕਾ ਮਿਲਿਆ ਤਾਂ ਮੈਂ ਤੁਹਾਡੇ ਨਾਲ ਫੇਰ ਗੱਲ ਸਾਂਝੀ ਕਰੂੰਗਾ। ਜੈ ਭੀਮ, ਜੈ ਭਾਰਤ, ਨਮੋ ਬੁੱਧਾ। ਪਿਆਰੇ ਵੀਰੋ, ਜੈ ਭੀਮ, ਜੈ ਭਾਰਤ, ਨਮੋ ਬੁੱਧਾ। ਮੈਂ ਇਸ ਵਿਸ਼ੇ ਤੇ ਅਜੇ ਕੋਈ ਚਰਚਾ ਨਹੀਂ ਕਰਨੀ, ਪਰ ਮੈਂ ਤੁਹਾਨੂੰ ਸਾਰਿਆਂ ਨੂੰ ਸੁਣ ਰਿਹਾ, ਸਾਰਿਆਂ ਦੀ ਗੱਲਬਾਤ ਸਮਝਣ ਦਾ ਪੂਰਾ ਯਤਨ ਕਰ ਰਿਹਾ। ਔਰ ਮੈਂ ਮਹਿਸੂਸ ਕਰ ਰਿਹਾ ਕਿ ਜਿਹੜਾ ਦਰਦ ਸਾਡੇ ਸੀਨਿਆਂ 'ਚ ਸਮਾਇਆ ਹੋਇਆ ਹੈ, ਉਸ ਦਰਦ ਨੂੰ ਹੀ ਅਸਲ ਵਿੱਚ ਜ਼ਾਹਰ ਕਰ ਰਹੇ ਹਾਂ ਅਸੀਂ। ਤੁਸੀਂ ਮੈਨੂੰ ਸੁਣਾ ਰਹੇ ਹੋ, ਮੈਂ ਤੁਹਾਨੂੰ ਸੁਣਾ ਰਿਹਾ ਹਾਂ। ਅਸੀਂ ਥੋੜੇ ਜਿਹੇ ਲੋਕ ਇਸ ਪੀੜਾ ਨੂੰ ਜਾਂ ਕਹਿ ਰਹੇ ਹਾਂ ਜਾਂ ਸੁਣ ਰਹੇ ਹਾਂ। ਮੈਂ ਇਸ ਪ੍ਰਸੰਗ 'ਚ ਇੱਕ ਗੱਲ ਚੇਤੇ ਕਰਦਾ ਹਾਂ ਕਿ ਬਹੁਤ ਦੇਰ ਪਹਿਲਾਂ ਮੈਂ ਕਦੇ ਕਿਸੇ ਕਵੀ ਸੰਮੇਲਨ 'ਚ ਜਾਂਦਾ, ਉਦੋਂ ਮੈਂ ਮਿਸ਼ਨ 'ਚ ਨਹੀਂ ਸੀ ਆਇਆ। ਤਾਂ ਕਵੀ ਸੰਮੇਲਨ ਦੇ ਵਿੱਚ 10, 20, 50, 100 ਆਦਮੀ ਇਕੱਠਾ ਹੁੰਦਾ। 10, 15, 20 ਆਦਮੀ ਆਪਣੀ ਆਪਣੀ ਕਵਿਤਾ ਪੜ੍ਹਦੇ। ਕਵਿਤਾ ਪੜ੍ਹਨ ਵਾਲਾ ਕਵਿਤਾ ਪੜ੍ਹਦਾ ਤੇ ਸੁਣਨ ਵਾਲੇ ਵਾਹਵਾ ਕਰਦੇ ਰਹਿੰਦੇ। ਫਿਰ ਕੋਈ ਵਾਹਵਾ ਕਰਨ ਵਾਲਾ ਉੱਠਦਾ, ਉਹ ਕਵਿਤਾ ਪੜ੍ਹਦਾ ਤਾਂ ਬਾਕੀ ਵਾਹਵਾ ਕਰਦੇ ਰਹਿੰਦੇ। ਔਰ ਇਸ ਤਰ੍ਹਾਂ ਜਿਹੜਾ ਕਵੀ ਸੰਮੇਲਨ ਚੱਲਦਾ ਰਹਿੰਦਾ, ਮੁੱਕ ਜਾਂਦਾ, ਫਿਰ ਕਦੇ ਬਣਦਾ, ਫਿਰ ਮੁੱਕ ਜਾਂਦਾ, ਫਿਰ ਕਵੀ ਸੰਮੇਲਨ ਹੁੰਦਾ, ਫਿਰ ਖਤਮ ਹੋ ਜਾਂਦਾ। ਪਰ ਲੋਕਾਂ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਸੀ। ਲੋਕਾਂ ਨੂੰ ਨਹੀਂ ਸੀ ਪਤਾ ਕਿ ਇਹ ਕੀ ਕਰਦੇ ਆ, ਕਾਹਦੇ ਵਾਸਤੇ ਕਰਦੇ ਆ, ਕਿਉਂ ਕਰਦੇ ਆ। ਇਸੇ ਤਰ੍ਹਾਂ ਮੈਨੂੰ ਐਂ ਲੱਗਦਾ ਹੈ ਕਿ ਜਦ ਆਪਾਂ ਸਾਰੇ ਦੇ ਸਾਰੇ ਚੀਕਾਂ ਮਾਰ ਰਹੇ ਹਾਂ, ਮੈਂ ਇਹਨੂੰ ਚੀਕਾਂ ਮਾਰਨਾ ਜਾਂ ਪੁੱਬਾਂ ਮਾਰਨਾ ਹੀ ਕਹੂੰਗਾ। ਇੰਨੀ ਬੁਰੀ ਤਰ੍ਹਾਂ ਰੁਦਨ ਕਰਨਾ, ਪੀੜਾ ਨੂੰ ਜ਼ਾਹਰ ਕਰਨਾ, ਔਰ ਫਿਰ ਉਹ ਲੋਕਾਂ ਦਾ ਲਾਪਰਵਾਹ ਹੋਣਾ, ਇਹ ਬਹੁਤ ਦਰਦਨਾਕ ਸਥਿਤੀ ਹੈ ਸਾਡੀ।
मेरा ख्याल है मेरे बहुत सारे लोगों को नहीं पता होएगा कि असी घट्टो घट 1 करोड़ तो ज्यादा आदमी नौकरी ते लगे 1950 तो बाद 1 करोड़ तो ज्यादा कल्ले SC ST नौकरी ते लगे। OBC किन्ने लगे उन्होंने जमा करोगे तो असी घट्टो घट 1.25 करोड़ के करीब पहुंच जाने। अरबां खरबां नरबां रुपया असी तनख्वाह लई और मैं अज जदों घरे बैठा जद मेरी औरत है जिहड़ी वो भी घरे है बाबा साहब डॉक्टर अंबेडकर ने साडे ते इन्नी दया की हजारां साल बाद साडे ते इन्नी दया की कि अज असी नौकरी ते नहीं जाते पर सानू पूरा जीवन जब तक असी जिवांगे सानू अच्छी रोटी वास्ते वो बंदोबस्त करके गए। जेड़े लोग अज भी 2-2 लाख रुपया तनख्वाह लेंदे आ 2-2 लाख रुपया एक आम चपड़ासी 25-30 हज़ार रुपया नौकरी का लेंदा है। एक लैक्चरर 50-60 हज़ार रुपया लेंदा है। प्रिंसीपल 60-70-80 हज़ार लेंदा है। एक डॉक्टर 2 लाख रुपया तनख्वाह लेंदा है। प्रोफैसर 1.25 लाख के करीब 1.5 लाख के करीब तनख्वाह लेंदा है। बड़े बड़े लोग बेशुमार तनख्वाह लेंदे है और वो घरे आउंदे है या तो फिर शाम सवेर गुरुद्वारे गेड़ा कड्ढे आउंदे है या फिर किसी मंदिर च गेड़ा मारे आउंदे है। जिन्हां ने मंदिर नहीं है जेड़े गुरुद्वारे नहीं जा सकते या किसी बाबे कोल रोज नहीं जा सकते उन्होंने अपने घर पूजा रूम बनाए है। सवेर शाम उत्थे वो पूजा करते हैं और उस पूजा रूम च जे तुसी 1000 घर का सर्वे करो तो एक मनुख के घरे थानू बाबा साहब डॉक्टर अंबेडकर की तस्वीर मिलेगी या भगवान बुद्ध की तस्वीर मिलेगी। 1 लाख आदमी चों ज्यादा नहीं तो मेरा ख्याल है 100-200 आदमी रला मिला के 100-200 आदमी और एक अद्धी औरत बाबा साहब नूं याद करते होणगे उन्हां च असीं शामिल है। असीं जो इस विषय नूं रखिया जदों तो मेरे दिमाग च सारा कुछ सी कि असीं हुण शुरू करांगे असीं चर्चा करांगे असीं चीकां मारांगे असीं कहांगे कि समाज जिन्हों बाबा साहब ने सुत्ते पियां दियां झोलियां भरियां जिन्हें छप्पर पाड़ के दिता कोई भगवान कोई देवी देवता कोई परमात्मा हजारां सालां तक साडी बांह फड़न वाला नहीं आया। बाबा साहब ने छप्पर पाड़ के सानू दिता ते असीं उहदे वल पिठ करके खड़े हां। वीरो आपां रोंदे हां सिर्फ जे मेरे कोलों पुछो तो मैं थोड़ियां जदों गल्लां सुनदा ते मेरे सीने च चीर पैंदे आ। दर्द मेरे कोलों चलिया नहीं जाता मेरे जख्म उचड़ जाते हैं। हालांकि मैं बहुत शानदार नौकरी करके आया करोड़ों रुपया तनख्वाह वंडी आ मैं इन्हां हत्थां नाल। अज जदों मैं घरे आराम नाल रोटी खा रहा बाबा साहब की किरपा नाल तो मेरे को बर्दाश्त नहीं हुंदा कि साडा समाज जिहदे चों 1 करोड़ तो ज्यादा लोग नौकरी लगे होण ते वो डेरियां च मंदिरां च ते थां थां पूजा करदे तुरे फिरदे होण ते बाबा साहब उन्हां दे प्रेस्तियां दे भी चेते ना होवे। इदों भैड़ी हालत गुलामां दी संसार च किते नहीं है। मेरा ख्याल दुनिया दे सब तो भैड़े ते खतरनाक याद रखना कि दुनिया दे सब तो भैड़े ते खतरनाक गुलाम इस देश दे SC ST ते OBC दे लोग है जिन्हां च सिख भी शामिल है मुसलमान भी शामिल है ईसाई भी शामिल है। ये सब लोग गुलामां दी भीड़ है और इन्ने खतरनाक गुलाम है जेड़े अपना घर उजाड़न दा
ਕੰਮ ਬੜੇ ਆਰਾਮ ਨਾਲ ਕਰਦੇ ਆ ਤੇ ਦੁਸ਼ਮਣ ਦੀਆਂ ਟੀਸੀਆਂ ਕੱਢਣ ਚ ਇਹਨਾਂ ਦੇ ਕੀ ਕਹਾਵਾਂ, ਕੀ ਸ਼ਬਦ ਵਰਤਾਂ, ਪਿੱਠਾਂ ਕੱਢ ਕੇ ਟੀਸੀਆਂ ਕੱਢ ਦਿੰਦੇ ਉਹਨਾਂ ਦੀਆਂ। ਤਾਂ ਵੀਰੋ, ਅਸੀਂ ਰੋਣਾ ਹੈ, ਰੁਦਨ ਕਰਨਾ ਹੈ। ਕੌਣ ਸੁਣੇਗਾ ਸਾਨੂੰ, ਕੌਣ ਨਹੀਂ ਸੁਣੇਗਾ, ਇਹ ਬਹੁਤ ਦਰਦਨਾਕ ਕਹਾਣੀ ਹੈ। ਮੈਂ ਆਪਣੀ ਗੱਲ ਜੇ ਕਹਿਣੀ ਹੈ, ਜਦੋਂ ਮੈਂ ਤੁਹਾਨੂੰ ਸਾਰਿਆਂ ਨੂੰ ਸੁਣ ਲਵਾਂਗਾ ਤਾਂ ਮੈਂ ਉਸ ਵੇਲੇ ਕਹੂੰਗਾ। ਫਿਰ ਵੀ ਮੈਂ ਇਹ ਗੱਲ ਤੁਹਾਡੇ ਨਾਲ ਸਿਰਫ ਸਾਂਝੀ ਕੀਤੀ ਹੈ ਕਿ ਆਪਾਂ ਚੀਕਾਂ ਮਾਰ ਰਹੇ ਹਾਂ, ਕੋਠੇ ਤੇ ਚੜ ਕੇ ਚੀਕਾਂ ਮਾਰ ਰਹੇ ਹਾਂ, ਸੁਣਦਾ ਕੋਈ ਨਹੀਂ ਹੈ। ਬਸ ਉਹੀ ਲੋਕ ਜਿਨ੍ਹਾਂ ਦੇ ਸਮਝ ਪੈ ਗਈ, ਉਹੀ ਲੋਕ ਜਿਨ੍ਹਾਂ ਦਾ ਅਹਿਸਾਸ ਹੋ ਗਿਆ, ਜਿਨ੍ਹਾਂ ਨੂੰ, ਉਹੀ ਲੋਕ ਜਿਨ੍ਹਾਂ ਦੇ ਸੀਨੇ 'ਚ ਬਾਬਾ ਸਾਹਿਬ ਦੇ ਜੀਵਨ ਦਾ, ਉਹਦੇ ਸੰਘਰਸ਼ ਦਾ ਕੋਈ ਰੋਸ਼ਨੀ, ਕੋਈ ਚਾਨਣ ਵੜ ਗਿਆ। ਬਸ ਉਹੀ ਲੋਕ ਲੱਗੇ ਹੋਏ ਆ, ਉਹੀ ਬੋਲਦੇ ਆ, ਉਹੀ ਸੁਣਦੇ ਆ। ਅਸੀਂ ਆਪਣੀ ਕਵਿਤਾ ਖੁਦ ਬੋਲਦੇ ਆ ਤੇ ਸਾਡੇ ਲੋਕ ਸਾਡੀ ਕਵਿਤਾ ਸੁਣਦੇ ਆ। ਇਦੋਂ ਅੱਗੇ ਇਹ ਸਮਾਜ, ਇਹ ਸਾਡਾ ਸੰਸਾਰ, ਇਹ ਗੁਲਾਮਾਂ ਦਾ ਸੰਸਾਰ ਹੈ। ਗੁਲਾਮ ਵੀ ਬਹੁਤ ਖਤਰਨਾਕ ਗੁਲਾਮ। ਇਹਨਾਂ ਸ਼ਬਦਾਂ ਨਾਲ ਹੀ ਸਾਥੀਓ ਮੈਂ ਆਪਣੀ ਗੱਲ ਇੱਥੇ ਹੀ ਖਤਮ ਕਰਦਾ ਹਾਂ। ਤੁਸੀਂ ਬਹੁਤ ਅੱਛਾ ਬੋਲ ਰਹੇ ਹੋ, ਬਹੁਤ ਸੋਹਣੀਆਂ ਗੱਲਾਂ ਕਰਦੇ ਹੋ। ਮੈਂ ਤੁਹਾਨੂੰ ਸੁਣਦਾ ਤਾਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਕਿਸੇ ਨੂੰ ਤਾਂ ਗੱਲ ਦੀ ਸਮਝ ਹੈ, ਕੋਈ ਤਾਂ ਆਦਮੀ ਗੱਲ ਕਹਿਣ ਦੇ ਕਾਬਲ ਹੋਇਆ ਹੈ। ਇਹ ਗੁੰਗੇ, ਬੋਲੇ ਤੇ ਬਹਿਰੇ ਲੋਕ ਅੱਜ ਹਿੱਕ ਥਾਪੜ ਕੇ ਗੱਲ ਕਹਿਣ ਲੱਗੇ ਆ। ਇਹਨਾਂ ਸ਼ਬਦਾਂ ਨਾਲ ਹੀ ਤੁਹਾਡਾ ਧੰਨਵਾਦ ਕਰਦਾ ਹੋਇਆ ਰਜਾ ਲੈਂਦਾ ਹਾਂ। ਜੈ ਭੀਮ, ਜੈ ਭਾਰਤ, ਨਮੋ ਬੁੱਧਾ।